इन्हां दे विच अंतर की है। हालेलुया। और इहदे लई आपां एक वचन पहला पढ़ लैंदे आ, यशायाह दी किताब 59 अध्याय उहदी 2 आयत चुप करके फिर आयो। ठीक है, पीछे ज़्यादा तो नहीं परेशान करें। बिल्कुल सही। उस तो बाद फेसबुक पे चढ़ जाऊगा ये प्रोग्राम, तुसीं बाद विच भी सुन सकते, किसी को लिंक शेयर कर सकते हैं। खुदा तुहाडे नाल होवे। यशायाह 59 अध्याय उहदी 2 1 और 2 आयत पढ़ लो। तुहाडी जानी पहचानी हुई आयत है। ਵੇਖ ਯਹੋਵਾ ਦਾ ਹੱਥ ਛੋਟਾ ਨਹੀਂ, हाँ ਭਾਈ ਬਚਾਵੇ ਨਾ, हाँ ਉਹਦੇ ਕੰਨ ਭਾਰੀ ਨਹੀਂ, हाँ ਭਾਈ ਉਹ ਸੁਣੇ ਨਾ। परमेश्वर का हथ छोटा नहीं, बचावे ना, कान भारे नहीं, सुने ना। ਸਗੋਂ ਤੁਹਾਡੀਆਂ ਬਦੀਆਂ ਨੇ ਹਾਂ। ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਹਾਂ, ਹਾਂ। ਜੁਦਾਈ ਪਾ ਦਿੱਤੀ ਹੈ। ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਰ ਚ ਕੀ ਪਾਤੀ ਆ? ਜੁਦਾਈ ਪਾਤੀ ਹੈ, ਕਿ ਤੁਹਾਡੇ ਪਾਪਾਂ ਨੇ। ਹਾਲੇਲੂਇਆ। ਇਹਦਾ ਮਤਲਬ ਆ ਪਾਪੀ ਜੀਵਨ ਜਿਹੜਾ ਆ ਸਾਡੇ ਵਿੱਚ ਤੇ ਸਾਡੇ ਪਰਮੇਸ਼ਰ ਵਿੱਚ ਕੀ ਪਾ ਕੇ ਰੱਖਦਾ ਆ? ਜੁਦਾਈ ਪਾ ਕੇ ਰੱਖਦਾ। ਤੇ ਜੇ ਇਹ ਜੁਦਾਈ ਦੀ ਦੀਵਾਰ ਟੱਟ ਜਾਏ ਤੇ ਕੀ ਅੰਤਰ ਹੁੰਦਾ ਸਾਡੇ ਜੀਵਨ ਚ, ਤੇ ਇਹ ਜੇ ਬਣੀ ਰਹਿੰਦੀ ਆ ਤੇ ਕੀ ਸਾਡੇ ਜੀਵਨ ਕਿਦਾਂ ਦਾ ਰਹਿੰਦਾ ਆ, ਉਹਦੇ ਬਾਰੇ ਅਸੀਂ ਬਾਈਬਲ ਚੋਂ ਧਿਆਨ ਕਰਾਂਗੇ। ਸੋ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਾਂ ਪਾਪੀ ਜੀਵਨ ਦਾ ਜਿਹੜਾ परिणाम ਆ ਉਹਨੂੰ ਦੇਖ ਲੈਨੇ ਆ। ਪਹਿਲੀ ਗੱਲ ਰੋਮੀਓ 1 ਅਧਿਆਇ ਉਹਦੀ 21 ਆਇਤ। ਰੋਮੀਓ ਦਾ ਖੱਤ 1 ਅਧਿਆਇ ਉਹਦੀ 21 ਆਇਤ। ਰੋਮੀਓ ਦਾ ਖੱਤ 1 ਅਧਿਆਇ ਉਹਦੀ 21 ਆਇਤ। ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। ਹਾਂ, ਹਾਲੇਲੂਇਆ। ਸੋ ਇਹਦਾ ਮਤਲਬ ਪਾਪ 'ਚ ਜਿਹੜਾ ਇਨਸਾਨ ਜੀਵਨ ਗੁਜ਼ਾਰਦਾ, ਕਿਸੇ ਵੀ ਜਾਤ ਬਰਾਦਰੀ ਦਾ ਹੋਵੇ, ਉਹਦਾ ਬੁੱਧਹੀਣ ਮਨ ਕੀ ਹੋਇਆ ਹੈ? ਭਲਾ ਹਨੇਰਾ ਹੋਇਆ ਆ। ਇਹਦਾ ਮਤਲਬ ਇੱਕ ਇਨਸਾਨ ਦਾ ਪਾਪ ਨੇ ਮਨ ਕਿਦਾਂ ਦਾ ਕਰਤਾ ਆ? ਹਨੇਰੇ ਵਿੱਚ ਪਾਤਾ। ਹਾਲੇਲੂਇਆ। ਮੰਨ ਲਓ ਇਸ ਕਮਰੇ ਵਿੱਚ ਪੂਰੀ ਤਰ੍ਹਾਂ ਹਨੇਰਾ ਹੀ ਹਨੇਰਾ ਹੋ ਜਾਵੇ ਤੇ ਆਪਾਂ ਨੂੰ ਕੁਝ ਵੀ ਸੋਚ ਬੁੱਝ ਸਕਦਾ ਨਹੀਂ, ਕਿਸੇ ਚੀਜ਼ ਦੀ ਕੋਈ ਪਹਿਚਾਣ ਹੋ ਸਕਦੀ ਨਹੀਂ। ਉਲਟਾ ਹਰ ਚੀਜ਼ ਸਾਡੇ ਲਈ ਠੋਕਰ ਦਾ ਕਾਰਨ ਹੋ। ਕਦੇ ਇੱਧਰ ਜਾਵਾਂਗੇ ਇੱਧਰ ਵੱਜਾਂਗੇ, ਉੱਧਰ ਜਾਵਾਂਗੇ ਉੱਧਰ ਵੱਜਾਂਗੇ। ਠੀਕ ਹੈ, ਕੁਝ ਪਤਾ ਨਹੀਂ ਕਿੱਧਰ ਕੀ ਪਿਆ। ਸੋ ਹਨੇਰੇ ਦਾ ਮਤਲਬ ਵੀ ਇਹ ਹੁੰਦਾ ਹੈ ਉਹਦੇ 'ਚ ਕੁਝ ਨਜ਼ਰ ਆਉਂਦਾ ਨਹੀਂ। ਸੋ ਸਾਡੀ ਵੀ ਬੁੱਧਹੀਣ ਮਨ ਜਿਹੜੇ ਆ ਇੱਕ ਹੀ ਹੋ ਗਏ। ਮਨ 'ਚ ਕੀ ਆ ਗਿਆ ਹੋਇਆ? ਹਨੇਰਾ ਆ ਗਿਆ। ਦੇਖੋ ਅੱਖਾਂ ਅੱਗੇ ਜਦੋਂ ਹਨੇਰਾ ਆ ਜਾਂਦਾ, ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਆ ਤੇ ਇਨਸਾਨ ਦਾ ਕੀ ਹਾਲਤ ਹੁੰਦੀ? ਉਹਦੇ ਤੋਂ ਵੀ ਜ਼ਿਆਦਾ ਮਾੜੀ ਹਾਲਤ ਕਦੋਂ ਹੁੰਦੀ? ਜਦੋਂ ਮਨ 'ਚ ਹਨੇਰਾ ਆ ਜਾਂਦਾ ਹੈ। ਹਾਲੇਲੂਇਆ। ਸੋ ਪਾਪੀ ਜੀਵਨ ਦੇ ਵਿੱਚ ਤਾਂ ਏਦਾਂ ਹੈ ਕਿ ਪਾਪ ਨੇ ਮਨ ਨੂੰ ਹਨੇਰਾ ਕਰ ਦਿੱਤਾ ਆ। ਪਰ ਜੇਕਰ ਇੱਕ ਪਾਪੀ ਪਾਪ ਨੂੰ ਮੰਨ ਲਵੇ, ਪਛਤਾਪ ਕਰ ਲਵੇ, ਤੇ ਉਹਦੇ ਲਈ ਵਚਨ ਕੀ ਕਹਿੰਦਾ ਆ? ਯਹੋਨਾ 8:12 ਲਿਖ ਲੈਣਾ ਚੰਗੀ ਤਰ੍ਹਾਂ ਵਚਨ। ਤੁਸੀਂ ਆਪਣੇ ਭੈਣ ਭਰਾਵਾਂ ਨਾਲ ਇਸੇ ਵਚਨ ਨੂੰ ਪੜ੍ਹ ਕੇ ਲੋਕਾਂ ਦੇ ਨਾਲ ਸਾਂਝਾ ਕਰ ਸਕਦੇ ਆ। ਵਿਸ਼ਾ ਤੋਂ ਬੰਦੇ ਸਕਦੇ। ਉਪਰੰਤ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਹਾਂ, ਇਹ ਜਗਤ ਦਾ ਚਾਨਣ ਮੈਂ ਹਾਂ, ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ। ਹਾਂ, ਸਗੋਂ ਉਹਦੇ ਕੋਲ ਜੀਵਨ ਦਾ ਚਾਨਣ ਹੋਵੇਗਾ। ਉਹਦੇ ਕੋਲ ਕਿਹੜਾ ਚਾਨਣ ਹੋਊਗਾ? ਜੀਵਨ ਦਾ ਚਾਨਣ। ਹਾਲੇਲੂਇਆ। ਮੈਂ ਦੱਸ ਰਿਹਾ ਸੀਗਾ ਬਠਿੰਡੇ ਦੇ ਵਿੱਚ ਵੀ ਕਿ ਸਾਡੇ ਕੋਲ ਚਾਨਣ ਦੇ ਸਰੋਤ ਹੈਗੇ ਆ। ਬਲਬ ਹੈਗੇ, ਟਿਊਬਾਂ ਹੈਗੀਆਂ, ਦੀਵੇ ਹੈਗੇ, ਬੱਤੀਆਂ ਹੈਗੀਆਂ, ਔਰ ਬਾਹਰ ਇੱਕ ਵੱਡਾ ਸੂਰਜ ਹੈਗਾ ਆ, ਉਹ ਸਾਨੂੰ ਰੋਸ਼ਨੀ ਦਿੰਦਾ। ਸੋ ਇਹਦਾ ਮਤਲਬ ਦੁਨੀਆ 'ਚ ਕੋਈ ਵੀ ਰੋਸ਼ਨੀ ਜਿਹੜੀ ਆ ਉਹ ਜਿੰਨੀ ਮਰਜ਼ੀ ਚਮਕਦਾਰ ਹੋਵੇ, ਸੂਰਜ ਤੋਂ ਵੀ ਜ਼ਿਆਦਾ ਰੋਸ਼ਨੀ ਸਾਡੇ ਕੋਲ ਤੱਕ ਪਹੁੰਚ ਜਾਵੇ, ਉਹ ਮੇਰੇ ਪ੍ਰਾਣ ਤੇ ਆਤਮਾ ਨੂੰ ਰੋਸ਼ਨ ਕਰ ਸਕਦੀ। ਹਾਲੇਲੂਇਆ। ਸੋ ਮੇਰੀ ਪ੍ਰਾਣ ਤੇ ਆਤਮਾ ਤੱਕ ਜਿਹੜਾ ਮਨ ਦੇ ਵਿੱਚ ਹਨੇਰਾ ਆ, ਇਹਨੂੰ ਅਗਰ ਕੋਈ ਦੂਰ ਕਰ ਸਕਦਾ ਆ ਤੇ ਉਹ ਕੌਣ ਕਰ ਸਕਦਾ ਆ? ਪ੍ਰਭੂ ਯਿਸੂ ਮਸੀਹ। ਕਹਿੰਦਾ ਜਗਤ ਦੀ ਜੋਤੀ ਕੌਣ ਆ? ਮੈਂ। ਇੱਕ ਤਾਂ ਤੇ ਪ੍ਰਭੂ ਕਹਿ ਰਿਹਾ ਰਾਹ, ਸੱਚਾਈ ਤੇ ਜ਼ਿੰਦਗੀ ਮੈਂ। ਹਾਲੇਲੂਇਆ। ਸੋ ਜਗਤ ਦੀ ਜਦੋਂ ਜੋਤੀ ਕਹਿੰਦਾ ਮੈਂ ਆ, ਤੇ ਕਹਿੰਦਾ ਜਿਹੜਾ ਮੇਰੇ ਪਿੱਛੇ ਚੱਲੂਗਾ ਹਨੇਰੇ ਵਿੱਚ ਰਹੂਗਾ ਨਹੀਂ, ਸਗੋਂ ਜੀਵਨ ਦੀ ਜੋਤ ਪ੍ਰਾਪਤ ਕਰੂਗਾ। ਹਾਲੇਲੂਇਆ।
ਇਹਦਾ ਮਤਲਬ ਇਹ ਜਿਹੜੀ ਜੋਤ ਪ੍ਰਭੂ ਦੇ ਕੋਲ ਆ ਉਹ ਮੇਰੇ ਆਤਮਾ ਪ੍ਰਾਣ ਨੂੰ ਰੋਸ਼ਨ ਹੀ ਨਹੀਂ ਕਰਦੀ, ਮੈਨੂੰ ਇੱਕ ਅਨੰਤ ਜੀਵਨ ਵੀ ਦਿੰਦੀ ਹੈ। ਹਾਲੇਲੂਇਆ। ਕਿਉਂਕਿ ਸੂਰਜ ਦੀ ਰੋਸ਼ਨੀ ਮੈਨੂੰ ਜੀਵਨ ਥੋੜੀ ਦੇ ਰਹੀ ਆ। ਅੱਜ ਜਿੰਨੀਆਂ ਵੀ ਰੋਸ਼ਨੀਆਂ ਜਗਦੀਆਂ, ਜਿੰਨੀਆਂ ਮਰਜ਼ੀ ਪਿਆਰੀਆਂ ਲਾਈਟਾਂ ਜਗਾ ਲਓ, ਉਹ ਸਾਨੂੰ ਦਿਲ ਦੇ ਹਨੇਰੇ ਨੂੰ ਦੂਰ ਕਰਦੀ ਨਹੀਂ, ਸਾਨੂੰ ਜੀਵਨ ਨਹੀਂ ਦਿੰਦੀਆਂ। ਪਰ ਯਿਸੂ ਦੀ ਜਿਹੜੀ ਰੋਸ਼ਨੀ ਆ ਉਹ ਕੀ ਕਰਦੀ ਆ? ਹਨੇਰੇ ਨੂੰ ਵੀ ਦੂਰ ਕਰਦੀ ਆ ਔਰ ਜ਼ਿੰਦਗੀ ਨੂੰ ਵੀ ਦਿੰਦੀ ਆ। ਹਾਲੇਲੂਇਆ। ਸੋ ਇਹ ਤਾਂ ਹੋ ਗਿਆ ਟਾਈਪ 1 ਕਿ ਇੱਕ ਨੰਬਰ ਆ ਕਿ ਪਾਪੀ ਜੀਵਨ ਜਿਹੜਾ ਉਹਦਾ ਮਨ ਕੀ ਹੋ ਗਿਆ? ਹਨੇਰਾ। ਪਾਪੀ ਜੀਵਨ ਅਗਰ ਪਾਪ ਦਾ ਇਕਰਾਰ ਕਰੇ ਤੇ ਪਰਮੇਸ਼ਰ ਨੂੰ ਜੀਵਨ ਦੀ ਜੋਤੀ ਦੇ ਸਕਦਾ। ਸੋ ਦੂਸਰੀ ਗੱਲ ਕੀ ਆ ਕਿ ਮਨ ਇਹਦਾ ਕੀ ਹੋ ਗਿਆ? ਅਭਿਲਾਸ਼ਾ ਨਾਲ ਭਰ ਗਿਆ ਆ। ਉਹਦੇ ਲਈ ਪੜ੍ਹਦੇ ਆ ਰੋਮੀਓ 1:24। ਜਿਹੜਾ ਤੁਸੀਂ ਰੋਮੀਓ 1:21 ਲਿਖਿਆ ਉਹਦੇ ਅੱਗੇ ਹਿੰਟ ਲਿਖ ਲਓ, ਮਨ ਹਨੇਰਾ ਹੋ ਗਿਆ। ਰੋਮੀਓ 1:21 ਪੜਿਆ ਜਿਹੜਾ ਨਾ, ਉਹਦੇ ਅੱਗੇ ਲਿਖ ਲਓ ਮਨ ਹਨੇਰਾ ਹੋ ਗਿਆ। ਯੋਹੰਨਾ 8:12 ਦੇ ਅੱਗੇ ਲਿਖ ਲਓ ਜੀਵਨ ਦੀ ਜੋਤੀ ਮਿਲਦੀ ਹੈ। ਤੇ ਹੁਣ ਆਪਾਂ ਜਿਹੜਾ ਤੀਸਰੀ ਗੱਲ ਲਿਖਣ ਲੱਗੇ ਆ ਉਹ ਗਿਆ ਮਨ ਦੀ ਜਿਹੜੀ ਅਭਿਲਾਸ਼ਾ ਆ। ਪਰਮੇਸ਼ਰ ਨੇ ਸਾਨੂੰ ਸਾਡੇ ਮਨ ਦੀ ਅਭਿਲਾਸ਼ਾ ਤੇ ਛੱਡ ਦਿੱਤਾ ਹੈ। ਰੋਮੀਓ ਦਾ ਖੱਤ 1 ਉਹਦੀ 24 ਹੈ। ਇਸ ਕਾਰਨ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਦੇ ਵਿੱਚ ਗੰਦਮੰਦ ਦੇ ਵਸ ਕਰ ਦਿੱਤਾ ਭਾਈ ਉਹਨਾਂ ਦੇ ਸਰੀਰ ਆਪੋ ਵਿੱਚ ਹੀ ਬੇਪਰਤ ਹੋ ਜਾਣ। ਹਾਲੇਲੂਇਆ। ਸੋ ਇਹਦਾ ਮਤਲਬ ਪਾਪੀ ਜੀਵਨ ਦੀ ਦੂਸਰੀ ਗੱਲ ਕੀ ਹੈ? ਪਹਿਲੀ ਗੱਲ ਮਨ ਹਨੇਰਾ ਹੋ ਗਿਆ, ਦੂਸਰੀ ਗੱਲ ਕੀ ਆ ਗਈ ਆ? ਜਦੋਂ ਇਹਨੇ ਮਨ ਕਠੋਰ ਹੀ ਕੀਤਾ ਹੋਇਆ ਹੈ ਨਾ, ਤੇ ਖੁਦਾ ਨੇ ਕੀ ਕਰਤਾ? ਇਹਦੇ ਮਨ ਦੇ ਬੁਰੇ ਵਿਸ਼ਿਆਂ ਤੇ ਇਹਨੂੰ ਕੀ ਕਰਤਾ? ਛੱਡਤਾ। ਚੱਲ ਵੀ ਕਰੀ ਚੱਲ। ਮਨ ਦੇ ਬੁਰੇ ਵਿਸ਼ੇ ਕੀ ਆ? ਇਹਦਾ ਮਤਲਬ ਮੇਰੀ ਇੱਛਾ ਜਿਹੜੀ ਇੰਨੀ ਕਚਰਾ ਆ, ਇੰਨਾ ਕੂੜਾ ਆ ਕਿ ਵਚਨ ਦੱਸਦਾ ਆ ਕਿ ਇਸ ਇੱਛਾ ਦੇ ਦੁਆਰਾ ਮੈਂ ਜੋ ਕੁਝ ਵੀ ਜਗਤ ਤੇ ਪ੍ਰਾਪਤ ਕਰ ਲਵਾਂ, ਜੇ ਮੇਰੀ ਇੱਛਾ ਕੂੜਾ ਹੈ ਨਾ ਤੇ ਇਹਨੂੰ ਮਿਲਣਾ ਵੀ ਕੀ ਆ? ਕੂੜਾ ਹੀ ਮਿਲਣਾ। ਹਾਲੇਲੂਇਆ। ਇੱਛਾ ਕਚਰਾ ਆ ਤੇ ਮਿਲੂਗਾ ਵੀ ਕੀ ਇਹਨੂੰ? ਕਚਰਾ। ਇਹਦਾ ਮਤਲਬ ਸੰਸਾਰ ਵੀ ਕੀ ਆ? ਕਚਰਾ ਆ। ਸੰਸਾਰ ਦਾ ਰਾਜਪਾਟ ਵੀ ਕੀ ਆ? ਕਚਰਾ ਆ। ਸੰਸਾਰ ਦੇ ਸਿੰਘਾਸਨ ਵੀ ਕੀ ਆ? ਕਚਰਾ ਆ। ਰੁਤਬੇ ਅਹੁਦੇ ਜੋ ਕੁਝ ਵੀ ਆ ਉਹ ਸਾਰਾ ਸੰਸਾਰ ਦਾ ਗਿਆਨ ਤੱਕ ਵੀ ਕੀ ਆ? ਕਚਰਾ। ਹਾਲੇਲੂਇਆ। ਇਸ ਲਈ ਇਹ ਇਨਸਾਨ ਜਿਹੜਾ ਪਾਪ ਵਿੱਚ ਰਹਿੰਦਾ ਹੋਇਆ ਜਦੋਂ ਪ੍ਰਭੂ ਦੇ ਵੱਲ ਧਿਆਨ ਨਹੀਂ ਕਰਦਾ ਤੇ ਪ੍ਰਭੂ ਇੱਕ ਦਿਨ ਕੀ ਕਰਦਾ? ਉਹਦੀ ਅਭਿਲਾਸ਼ਾ ਤੇ ਛੱਡ ਦਿੰਦਾ। ਚੱਲ ਵੀ ਕਰੀ ਚੱਲ। ਅਭਿਲਾਸ਼ਾ ਤੇ ਛੱਡ ਦਿੰਦਾ ਤੇ ਅਭਿਲਾਸ਼ਾ ਜਿਹੜੀ ਉਹ ਚਾਹੁੰਦਾ ਆ ਉਹਨੂੰ ਪੂਰੀ ਵੀ ਹੋਣ ਦਿੰਦਾ ਆ ਪਰਮੇਸ਼ਰ। ਹਾਲੇਲੂਇਆ। ਜੇਕਰ ਕੋਈ ਕਹੇ ਨਾ ਸ਼ੈਤਾਨ ਨੇ ਮੇਰੀ ਅਭਿਲਾਸ਼ਾ ਪੂਰੀ ਕਰ ਦਿੱਤੀ, ਸ਼ੈਤਾਨ ਅਸਲ 'ਚ ਅਭਿਲਾਸ਼ਾ ਪੂਰੀ ਨਹੀਂ ਕਰਦਾ। ਕਰਦਾ ਕੌਣ ਆ? ਪਰਮੇਸ਼ਰ ਹੀ। ਪਰਮੇਸ਼ਰ ਸ਼ੈਤਾਨ ਨੂੰ ਇਜਾਜ਼ਤ ਦਿੰਦਾ ਚੱਲ ਵੀ ਕਰ ਦੇਵੇ। ਹਾਲੇਲੂਇਆ। ਕੌਣ ਇਜਾਜ਼ਤ ਦਿੰਦਾ ਆ? ਪਰਮੇਸ਼ਰ ਹੀ ਇਜਾਜ਼ਤ ਦਿੰਦਾ। ਕਰਦੇ ਵੀ ਇਹ ਬੰਦਾ ਨਾ ਤੇਰੇ ਮਤਲਬ ਦਾ ਹੀ ਹੈ, ਤੂੰ ਇਹਨੂੰ ਕੂੜੇ ਦੇ ਨਾਲ ਭਰਦੇ ਹੈ, ਕੂੜਾ ਤੇ ਨੇ ਆਖਰ ਕੂੜੇ ਦੇ ਵਿੱਚ ਹੀ ਮਿਲ ਜਾਣਾ। ਹਾਲੇਲੂਇਆ। ਇਸ ਲਈ ਪਰਮੇਸ਼ਰ ਕੀ ਕਰਦਾ ਹੈ? ਉਹਨੂੰ ਅਭਿਲਾਸ਼ਾ ਤੇ ਛੱਡ ਦਿੰਦਾ। ਉਹਨੂੰ ਖਾਣ ਪੀਣ ਪਹਿਨਣ ਪਚਣ ਸਭ ਕੁਝ ਦਿੰਦਾ। ਬੰਗਲਾ ਗਾੜੀ ਜੋ ਕੁਝ ਮੰਗਵਾ ਸਭ ਕੁਝ ਮਿਲੂਗਾ। ਸ਼ਾਦੀ ਜੋ ਕੁਝ ਵੀ, ਬੱਚੇ ਔਲਾਦ ਸਭ ਕੁਝ ਮਿਲੂਗਾ। ਪਰ ਮੁਕਤੀ ਮਿਲੂਗੀ? ਹਾਲੇਲੂਇਆ। ਉਹ ਸਭ ਕੁਝ ਕਿਉਂ ਦਿੰਦਾ ਹੈ? ਕਿਉਂਕਿ ਸਾਡੇ ਨਾਲ ਸੱਚਾ ਪਿਆਰ ਕਰਦਾ। ਅਸੀਂ ਚਾਹੇ ਬੇਵਫਾ ਸੀਗੇ ਉਹ ਵਫਾਦਾਰ ਬਣਿਆ ਰਹਿੰਦਾ ਹੈ। ਹਾਲੇਲੂਇਆ। ਇਸ ਲਈ ਉਹ ਦਿੰਦਾ ਆ। ਜੇ ਕਹੋਗੇ ਸਾਡੇ ਕਿਸੇ ਖੂਬੀ ਦਾ ਕਰਕੇ ਸਾਨੂੰ ਕੁਝ ਮਿਲ ਰਿਹਾ ਆ, ਸਾਡੀ ਕਿਸੇ ਖੂਬੀ ਦਾ ਕਰਕੇ ਨਹੀਂ, ਉਹਦੇ ਪਿਆਰ ਦਾ ਕਰਕੇ ਸਾਨੂੰ ਸਾਰੀ ਦੁਨੀਆ ਨੂੰ ਰੋਜ਼ ਮੁਹੱਈਆ ਕਰਦਾ। ਜਿਹਨੂੰ ਵੀ ਪੈਦਾ ਕਰਦਾ ਧਰਤੀ ਤੇ, ਉਹਨੇ ਧਰਤੀ ਤੇ ਕਿੰਨੀਆਂ ਰੋਟੀਆਂ ਖਾਣੀਆਂ, ਕਿੰਨੀਆਂ ਬੋਰੀਆਂ ਅਨਾਜ ਖਾ ਜਾਣਾ, ਕਿੰਨੇ ਟੈਂਕੀਆਂ ਪਾਣੀ ਪੀ ਜਾਣਾ, ਕਿੰਨੀਆਂ ਦੇ ਨਾਲ ਨਹਾ ਲੈਣਾ, ਉਹ ਸਾਰਾ ਪ੍ਰਬੰਧ ਕਰਕੇ ਉਹਨੇ ਦਿੱਤਾ। ਚਾਹੇ ਹੋਵੇ ਗਰੀਬ ਤੇ ਚਾਹੇ ਹੋਵੇ ਅਮੀਰ, ਹਰੇਕ ਲਈ ਖੁਦਾ ਨੇ ਇੰਤਜ਼ਾਮ ਕਰਕੇ ਦਿੱਤਾ ਹੋਇਆ। ਕਾਹਦੇ ਲਈ ਇੰਤਜ਼ਾਮ ਕੀਤਾ ਹੈ? ਉਹ ਸਾਡੇ ਨਾਲ ਕੀ ਕਰਦਾ ਆ? ਪਿਆਰ ਕਰਦਾ। ਉਹ ਪਿਆਰ ਕਰਦਾ ਹੈ ਤੇ ਸਾਡੇ ਤੇ ਪ੍ਰੈਸ਼ਰ ਪਾਉਂਦਾ ਨਹੀਂ। ਜੇ ਤੂੰ ਆਪਣੇ ਜਿੱਦਾਂ ਮੈਂ ਤੇਰੇ ਨਾਲ ਸੱਚਾ ਪਿਆਰ ਕਰਦਾ ਤਾਂ ਤੂੰ ਸੱਚਾ ਪਿਆਰ ਕਰਦਾ ਹੋਇਆ ਤੂੰ ਮੇਰੀ ਰਜ਼ਾ ਨੂੰ ਜਾਣਨਾ ਚਾਹੁੰਦਾ ਆ ਤੇ ਖੁੱਲੀ ਛੁੱਟੀ ਹੈ। ਹਾਲੇਲੂਇਆ। ਤੇ ਜੇ ਤੂੰ ਮੇਰੀ ਰਜ਼ਾ ਨੂੰ ਨਹੀਂ ਵੀ ਜਾਣਨਾ ਚਾਹਦਾ ਕੋਈ ਸਮੱਸਿਆ ਨਹੀਂ, ਮੈਂ ਤੈਨੂੰ ਪੈਦਾ ਕੀਤਾ, ਤੈਨੂੰ ਖਾਣ ਪੀਣ ਸਾਰਾ ਕੁਝ ਮਰਦੇ ਦਮ ਤੱਕ ਮਿਲ ਜਾਊਗਾ। ਪਰ ਮੁਕਤੀ ਮਿਲੂਗੀ? ਮੁਕਤੀ ਨਹੀਂ ਮਿਲੂਗੀ। ਹਾਲੇਲੂਇਆ। ਸੋ ਆਪਾਂ ਆਪਣੇ ਜੀਵਨ ਨੂੰ ਚੈੱਕ ਕਰਨਾ ਕਿ ਅਸੀਂ ਦੁਨੀਆ ਦੇ ਵਿੱਚੋਂ ਦੁਨੀਆ ਨੂੰ ਕਮਾਉਣਾ, ਸੰਸਾਰ ਨੂੰ ਕਮਾਉਣਾ, ਸੰਸਾਰ ਦੀਆਂ ਵਸਤੂਆਂ ਨੂੰ ਕਮਾਉਣਾ ਜਾਂ ਸਾਡੇ ਪਰਮੇਸ਼ਰ ਨੂੰ ਕਮਾਉਣਾ ਹੈ। ਹਾਲੇਲੂਇਆ। ਪਰਮੇਸ਼ਰ ਨੂੰ ਕਮਾਉਣਾ ਵੀ ਸਾਡੇ ਉੱਤੇ ਨਿਰਭਰ ਆ, ਕਿਸੇ ਤੇ ਖੁਦਾ ਦਾ ਪ੍ਰੈਸ਼ਰ ਨਹੀਂ। ਯਿਸੂ ਮਸੀਹ ਕਹਿੰਦਾ ਜਿਹੜਾ ਮੇਰੇ ਪਿੱਛੇ ਆਉਣਾ ਚਾਹੇ
ਜਿਹੜਾ ਮਤਲਬ ਕਿ ਇਧਰੋਂ ਮੈਂ ਜਿੱਦਾਂ ਕਹਿ ਰਿਹਾ ਹਾਂ, ਜਿਹੜਾ ਮੇਰੇ ਪਿੱਛੇ ਆਉਣਾ ਚਾਹੇ। ਜਿਹੜੇ ਦਾ ਮਤਲਬ ਹੈ ਹੁਣ ਤੁਹਾਡੀ ਆਜ਼ਾਦ ਮਰਜ਼ੀ ਹੈ, ਤੁਹਾਡੇ ਚੋਂ ਕੋਈ ਵੀ ਆਉਣਾ ਚਾਹਵੇ ਤਾਂ, ਜਿਹਦੇ ਨਾਲ ਨਹੀਂ ਆਉਣਾ ਚਾਹਵੇ ਤਾਂ ਕੋਈ ਸਮੱਸਿਆ ਨਹੀਂ। ਇਧਰ ਕਿਤੇ ਤੁਹਾਨੂੰ ਮੇਰੇ ਪਿੱਛੇ ਆਉਣਾ ਹੀ ਪਊਗਾ ਨਾ, ਉਹ ਤਾਂ ਪ੍ਰੈਸ਼ਰ ਹੋ ਗਿਆ ਕਿ ਮੇਰੀ ਆਜ਼ਾਦ ਇੱਛਾ ਦੀ ਰੱਬ ਕੀ ਕਰਦਾ ਆ, ਆਪਾਂ ਕੀ ਸੁਣਿਆ ਹੈ, ਕਦਰ ਕਰਦਾ, ਆਦਰ ਕਰਦਾ ਹੈ, ਜਿਹੜੀ ਮੇਰੇ ਚ ਆਜ਼ਾਦ ਮਰਜ਼ੀ ਰੱਖੀ ਹੋਈ। ਹਾਲੇਲੂਇਆ, ਹਾਲੇਲੂਇਆ। ਸੋ ਜੋ ਕੁਝ ਵੀ ਮੇਰੇ ਵਿੱਚ ਪ੍ਰਮਾਤਮਾ ਨੇ ਰੱਖਿਆ ਹੈ ਨਾ, ਸਾਰੀਆਂ ਚੀਜ਼ਾਂ ਦੀ ਉਹ ਕਦਰ ਕਰਦਾ ਹੈ, ਚਾਹੇ ਮੈਂ ਉਹਨਾਂ ਚੀਜ਼ਾਂ ਦੀ ਕਦਰ ਕਰਾਂ ਚਾਹੇ ਨਾ ਕਰਾਂ, ਚਾਹੇ ਮੈਂ ਉਹਨਾਂ ਚੀਜ਼ਾਂ ਨੂੰ ਆਪਣੇ ਪ੍ਰਮਾਤਮਾ ਲਈ ਇਸਤੇਮਾਲ ਕਰਾਂ ਚਾਹੇ ਨਾ ਕਰਾਂ। ਮੈਨੂੰ ਅੱਖਾਂ ਦਿੱਤੀਆਂ, ਚਾਹੇ ਮੈਂ ਰੱਬ ਲਈ ਵਰਤਾਂ ਚਾਹੇ ਨਾ ਵਰਤਾਂ, ਜ਼ੁਬਾਨ ਦਿੱਤੀ ਚਾਹੇ ਰੱਬ ਲਈ ਵਰਤਾਂ ਨਾ ਵਰਤਾਂ, ਸੋਚ ਵਿਚਾਰਾਂ ਦਿੱਤੇ ਚਾਹੇ ਰੱਬ ਲਈ ਵਰਤਾਂ ਨਾ ਵਰਤਾਂ, ਉਹ ਸਾਰੀਆਂ ਚੀਜ਼ਾਂ ਦੀ ਕੀ ਕਰਦਾ, ਕਦਰ ਕਰਦਾ। ਹਾਲੇਲੂਇਆ। ਇਸ ਲਈ ਸਾਡੀ ਆਜ਼ਾਦ ਮਰਜ਼ੀ ਦੀ ਵੀ ਕੀ ਕਰਦਾ ਆ, ਕਦਰ ਕਰਦਾ। ਜੇ ਮੈਂ ਆਜ਼ਾਦ ਮਰਜ਼ੀ 'ਚ ਪ੍ਰਮਾਤਮਾ ਤੋਂ ਦੂਰ ਰਹਿ ਕੇ ਜੀਵਨ ਬਿਤਾਉਣਾ ਚਾਹੁੰਦਾ ਤੇ ਉਹ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ। ਹਾਲੇਲੂਇਆ। ਪਰ ਮੈਂ ਆਪਣੇ ਪਿਆਰ ਦੀ ਖਾਤਰ ਤੇਰੇ ਲਈ ਸਭ ਕੁਝ ਮੁਹੱਈਆ ਕੀਤਾ, ਤੇਰੇ ਖਾਣ ਪੀਣ ਪਹਿਨਣ ਬੱਚਨ ਸਭ ਕੁਝ ਮੁਹੱਈਆ ਕਰਕੇ ਦਿੱਤਾ, ਇੱਥੋਂ ਤੱਕ ਕਿ ਜਿਹੜਾ ਤੂੰ ਪਾਪ 'ਚ ਡਿੱਗਿਆ ਸੀ ਮੁਕਤੀ ਵੀ ਮੁਹੱਈਆ ਕਰਕੇ ਦਿੱਤੀ ਹੈ, ਤੂੰ ਚਾਵੇਂ ਤੇ ਪਾ ਸਕਦਾ। ਹਾਲੇਲੂਇਆ। ਸੋ ਇੱਥੇ ਹੁਣ ਆਪਾਂ ਤੀਸਰੀ ਦੇਖਦੇ ਹਾਂ, ਪਹਿਲੀ ਗੱਲ ਤਾਂ ਮਨ ਹਨੇਰਾ ਹੋ ਗਿਆ, ਦੂਸਰਾ ਪ੍ਰਮਾਤਮਾ ਨੇ ਇਹਨੂੰ ਬੁਰੀਆਂ ਬਿਲਾਸ਼ਾਂ ਤੇ ਛੱਡ ਦਿੱਤਾ। ਤੇ ਜਦੋਂ ਪਾਪੀ ਜੀਵਨ ਨੂੰ ਬੁਰੀਆਂ ਬਿਲਾਸ਼ਾਂ ਤੇ ਛੱਡਿਆ ਆ, ਤੇ ਅਗਰ ਇਹ ਬੁਰੀਆਂ ਬਿਲਾਸ਼ਾਂ ਤੋਂ ਪਾਪ ਤੋਂ ਮਾਫੀ ਮੰਗੇ ਤੇ ਫਿਰ ਅੱਗੇ ਪ੍ਰਮਾਤਮਾ ਕੀ ਕਰਦਾ ਇਹਦੇ ਲਈ। ਪਹਿਲਾ ਪਤਰਸ 4 ਦੇ 1 ਤੋਂ 2 ਆਇਤ। ਜਿਹੜਾ ਤਾਂ ਰੱਬ ਤੋਂ ਦੂਰ ਰਹਿਣਾ ਚਾਹੁੰਦਾ ਉਹਦੇ ਮਨ ਨੂੰ ਉਹਦੀਆਂ ਬੁਰੀਆਂ ਬਿਲਾਸ਼ਾਂ ਤੇ ਛੱਡ ਦਿੰਦਾ, ਪਰ ਜਿਹੜਾ ਪਾਪ ਨੂੰ ਮੰਨ ਲੈਣਾ ਚਾਹੁੰਦਾ ਪਰਮੇਸ਼ਰ ਉਹਦੀਆਂ ਬਿਲਾਸ਼ਾਂ ਲਈ ਕੀ ਕਰਦਾ ਹੋਰ। ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ। ਹਾਂ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਚੱਲਿਆ ਉਹ ਪਾਪ ਤੋਂ ਰਹਿਤ ਹੋਇਆ। ਜਿਹਨੇ ਸਰੀਰ 'ਚ ਦੁੱਖ ਚੱਲਿਆ ਪਾਪ ਤੋਂ ਰਹਿਤ ਹੋਇਆ। ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਹਾਲੇਲੂਇਆ। ਇਹਦਾ ਮਤਲਬ ਆ ਹੁਣ ਗਾਂ ਤੋਂ ਜਿਹੜੀ ਸਾਨੂੰ ਉਮਰ ਖੁਦਾ ਦਿੰਦਾ, ਜਿਹੜਾ ਕੋਈ ਪਾਪ ਤੋਂ ਮਾਫੀ ਮੰਗ ਲੈਂਦਾ, ਉਹਦੇ ਲਈ ਖੁਦਾ ਦਾ ਕੀ ਪਲਾਨ ਹੈ। ਇਧਰ ਤਾਂ ਆਪਾਂ ਦੇਖਿਆ ਹੈ ਕਿ ਖੁਦਾ ਨੇ ਇੱਕ ਸਖਤ ਮਨ ਵਾਲੇ ਨੂੰ ਉਹਦੀ ਅਭਿਲਾਸ਼ਾ ਤੇ ਛੱਡ ਦਿੱਤਾ, ਪਰ ਇੱਕ ਸਖਤ ਮਨ ਵਾਲਾ ਟੁੱਟ ਕੇ ਅਗਰ ਪ੍ਰਮਾਤਮਾ ਦੀ ਇੱਛਾ ਨੂੰ ਜਾਣਨਾ ਚਾਹਵੇ, ਆਪਣੇ ਪਾਪ ਨੂੰ ਮੰਨਣਾ ਚਾਹਵੇ, ਉਹਦੇ ਲਈ ਪ੍ਰਭੂ ਕੀ ਸਲਾਹ ਦਿੰਦਾ ਆ, ਹੁਣ ਤੂੰ ਪਾਪ ਮੰਨ ਚੁੱਕਿਆ ਮੇਰੇ ਪੁੱਤਰ ਮੇਰੀ ਪੁੱਤਰੀ, ਤੇ ਤੂੰ ਹੁਣ ਕੀ ਕਰ, ਬੁਰੀਆਂ ਅਭਿਲਾਸ਼ਾ ਤੋਂ ਸੰਸਾਰ ਦੀਆਂ ਅਭਿਲਾਸ਼ਾ ਤੋਂ ਕੀ ਕਰ, ਬਚਿਆ ਰਹੇ। ਹਾਲੇਲੂਇਆ। ਇੱਕ ਤਾਂ ਤੇ ਅਭਿਲਾਸ਼ਾ ਤੇ ਛੱਡ ਦਿੰਦਾ ਹੈ, ਪਰ ਜੇ ਪਾਪ ਮੰਨ ਲਈਏ ਤੇ ਸੰਸਾਰਿਕ ਅਭਿਲਾਸ਼ਾ ਤੋਂ ਕੀ ਕਰਦਾ, ਮੁਕਤ ਕਰ ਦਿੰਦਾ। ਇੱਕ ਤਾਂ ਤੇ ਬੁੱਧ ਹਨੇਰੀ ਹੋਈ ਕਿਹਾ ਗਿਆ ਹੈ, ਇੱਕ ਤਾਂ ਤੇ ਬੁੱਧ ਕੀ ਆ, ਵਿਗੜ ਗਈ। ਵਿਗੜ ਗਈ ਦੇ ਲਈ ਮੈਂ ਬਠਿੰਡੇ ਵਿੱਚ ਵੀ ਦੱਸਦਾ ਸੀ, ਜਦੋਂ ਆਪਣੇ ਸਾਡੇ ਬੱਚੇ ਦੀ ਕਿਸੇ ਦੀ ਬੁੱਧ ਵਿਗੜ ਜਾਂਦੀ, ਉਹ ਫੋਨ ਤੇ ਲੱਗਦਾ ਤੇ ਫੋਨ ਤੇ ਲੱਗਾ ਰਹਿੰਦਾ। ਬੁੱਧ ਕੀ ਹੋ ਗਈ ਭਲਾ, ਜੋ ਵੀ ਫੋਨ ਦੇ ਫਿਲਮਾਂ ਮੂਵੀਆਂ ਜੋ ਕੁਝ ਵੀ ਉਹਦਾ ਮਨ ਆ ਉਹ ਦੇਖੀ ਜਾਂਦਾ। ਜੇਕਰ ਉਹਨੂੰ ਰੋਕਣਾ ਚਾਹੋ ਗਲੇ ਪੈਂਦਾ ਜਾਂ ਗੁੱਸਾ ਕਰ ਜਾਂਦਾ। ਅੱਜ ਕੱਲ ਦੀ ਜਨਰੇਸ਼ਨ ਇਦਾਂ ਹੀ ਨਾ। ਹਾਲੇਲੂਇਆ, ਹਾਲੇਲੂਇਆ। ਸੋ ਵਿਗੜ ਗਏ। ਸੋ ਉਸ ਤੋਂ ਬਾਅਦ ਕੁਝ ਬੱਚੇ ਵਿਗੜੇ ਹੁੰਦੇ, ਇਦਾਂ ਦੇ ਹੁੰਦੇ ਆ, ਉਹ ਗਾਂ ਜਾ ਕੇ ਦੂਸਰੇ ਦੇ ਪਰਿਵਾਰਾਂ ਦੇ ਵੀ ਦੂਸਰਿਆਂ ਦੀ ਧੀਆਂ ਭੈਣ ਤੇ ਕੀ ਕਰਦੇ ਆ, ਬੁਰੀ ਨਜ਼ਰ ਰੱਖਦੇ ਆ, ਔਰ ਇੱਕ ਦਿਨ ਕੀ ਕਰਦੇ ਆ, ਕੱਢ ਕੇ ਲੈ ਜਾਂਦੇ। ਕਿਉਂ ਲੈ ਜਾਂਦੇ ਆ, ਕਿਉਂਕਿ ਬੁੱਧ ਕੀ ਹੋ ਗਈ ਭਲਾ, ਵਿਗੜ ਗਈ। ਤੇ ਜੇ ਬੁੱਧ ਵਿਗੜੀ ਹੋਈ ਨਾ ਹੋਵੇ ਤਾਂ ਫਿਰ ਇਦਾਂ ਦਾ ਕੰਮ ਕਰਨਗੇ ਕਿ ਦੂਸਰੀ ਦੀ ਧੀ ਨੂੰ, ਆਪਣੀ ਧੀ ਭੈਣ ਨੂੰ ਆਪਣੀ ਭੈਣ ਇਸ ਤਰੀਕੇ ਨਾਲ ਜਾਣਨਗੇ। ਪਰ ਬੁੱਧ ਕੀ ਹੋ ਗਈ ਆ, ਵਿਗੜ ਗਈ। ਇਹਦਾ ਮਤਲਬ ਪਾਪ ਦੇ ਪ੍ਰਭਾਵ ਦੇ ਕਾਰਨ ਅੱਜ ਇਨਸਾਨ ਦੀ ਬੁੱਧ ਕੀ ਹੋ ਗਈ ਆ, ਵਿਗੜ ਗਈ। ਪਹਿਲਾ ਪਾਪ ਦੇ ਕਾਰਨ ਆਪਾਂ ਕੀ ਸੁਣਿਆ, ਮਨ ਹਨੇਰਾ ਹੋ ਗਿਆ। ਦੂਸਰਾ ਆਪਾਂ ਕੀ ਸੁਣਿਆ, ਪਰਮੇਸ਼ਰ ਦੇ ਅਭਿਲਾਸ਼ਾ ਤੇ ਉਹਨਾਂ ਨੂੰ ਛੱਡ ਦਿੱਤਾ। ਤੀਸਰਾ ਆਪਾਂ ਕੀ ਸੁਣ ਰਹੇ ਆ, ਬੁੱਧੀ ਕੀ ਹੋ ਗਈ ਦੀ, ਵਿਗੜ ਗਈ। ਪਰ ਇਹ ਬੁੱਧੀ ਵਿਗੜਿਆ ਹੋਇਆ ਜੇਕਰ ਪਾਪੀ ਪਾਪ ਤੋਂ ਤੌਬਾ ਕਰੇ ਤੇ ਪਰਮੇਸ਼ਰ ਕੀ ਕਰ ਸਕਦਾ ਇਹਦੇ ਨਾਲ। ਰੋਮੀਓ 12 ਦੇ 2 ਹੈ। ਰੋਮੀਓ ਦਾ ਖਤ 12 ਦੇ 2 ਹੈ। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਹਾਂ, ਮਿਹਰਬਾਨੀ ਕਰਕੇ ਆਇਤ ਦੇ ਅੱਗੇ ਉਹਦਾ ਹਿੰਟ ਜ਼ਰੂਰ ਲਿਖਦੇ ਜਾਓ ਤਾਂ ਕਿ ਤੁਹਾਨੂੰ ਬਾਅਦ ਚ ਵਿਸ਼ੇ ਨੂੰ ਪੜੋ ਤੁਹਾਨੂੰ ਆਰਾਮ ਨਾਲ ਸਮਝ ਆਊਗਾ ਕਿਹੜੀ ਗੱਲ। ਹਾਂਜੀ। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਹਾਂ, ਵਚਨ ਕੀ ਦੱਸਦਾ ਹੁਣ, ਵਿਗੜੀ ਹੋਈ ਬੁੱਧ ਵਾਲੇ ਵਾਸਤੇ ਜਿਹੜਾ ਤੌਬਾ ਕਰ ਗਿਆ ਪਾਪ ਤੋਂ, ਉਹਦੇ ਲਈ ਵਚਨ ਕਹਿਣ ਡਿਆ ਆ। ਹਾਂ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਹੁਣ ਕੀ ਕਰਨਾ ਭਲਾ, ਇਸ ਜਗ ਪਹਿਲਾਂ ਤੇਰੇ ਤੇ ਕਿਹੜਾ ਰੂਪ ਚੜਿਆ ਸੀਗਾ, ਇਸ ਯੁੱਗ ਦਾ। ਪਰ ਹੁਣ ਕੀ ਕਹਿੰਦਾ ਪ੍ਰਭੂ, ਇਸ ਯੁੱਗ ਦੇ ਰੂਪ ਜੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰ। ਬੁੱਧ ਹੁਣ ਕੀ ਕਰਤੀ ਗਈ ਆ, ਪਹਿਲਾਂ ਕੀ ਸੀ, ਵਿਗੜੀ ਹੋਈ। ਪਹਿਲਾਂ ਬੁੱਧ ਕੀ ਸੀ ਬਈ, ਵਿਗੜੀ। ਹੁਣ ਕੀ ਕਰਤੀ ਆ ਭਲਾ, ਨਵੀਂ ਹੋਈ ਆ ਬਈ। ਕਿਦਾਂ,
ਉਹੀ ਹੈ ਨਾ। ਹਾਲੇਲੂਇਆ। ਇਹ ਸਾਡੇ ਕੋਲ ਦਿਆਲਪੁਰ ਗਿਆ ਤੇ ਉਹ ਉਸੇ ਦਿਨ ਹੀ ਕਹਿੰਦਾ ਬਸ ਮੈਂ ਹੁਣ ਪ੍ਰਭੂ ਦੇ ਪਿੱਛੇ ਚੱਲਣਾ ਚਾਹੁੰਦਾ। ਦੋਸਤੋ ਦੂਸਰੀ ਵਾਰੀ ਗਿਆ ਤੇ ਤੌਬਾ ਕਰਕੇ ਵਾਪਸ ਮੰਗੀ ਲੈ। ਸੋ ਸਾਡੇ ਲਈ ਹੁਣ ਕੀ ਹੈ, ਜਿਨ੍ਹਾਂ ਨੇ ਤੌਬਾ ਕੀਤੀ ਹੋਈ ਹੈ, ਸਾਡੇ ਲਈ ਪ੍ਰਭੂ ਦਾ ਵਚਨ ਕੀ ਹੈ ਕਿ ਹੁਣ ਇਸ ਜਗਤ ਦੇ ਰੂਪ ਜੇ ਨਾ ਹੋ। ਸਾਡੇ ਤੇ ਜਗਤ ਦਾ ਰੂਪ ਚੜਿਆ ਸੀ, ਪਰ ਹੁਣ ਤੁਹਾਡੀ ਬੁੱਧ ਤੇ ਨਵੇਂ ਹੋ ਜਾਣ ਕਾਰਨ ਪਰਮੇਸ਼ਰ ਨੇ ਸਾਡੀ ਬੁੱਧ ਨੂੰ ਕੀ ਕਰਤਾ, ਹੁਣ ਨਵਾਂ ਕਰ ਦਿੱਤਾ। ਹਾਲੇਲੂਇਆ। ਨਵਾਂ ਕਰਨ ਤੋਂ ਭਾਵ ਕਿਸੇ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ, ਕਿੱਦਾਂ ਟੁੱਟ ਭੱਜ ਜਾਂਦੀ ਹੈ ਨਾ, ਬਾਅਦ ਚ ਉਹਨੂੰ ਕਿੱਥੇ ਜਮ੍ਹਾਂ ਕਰਾਉਣੇ, ਹਨਾ, ਏਜੰਸੀ 'ਚ ਜਮ੍ਹਾਂ ਕਰਾਉਣੇ, ਗੈਰੇਜ ਕਰਾਉਣੇ, ਜਿੱਥੇ ਉਹਦੀ ਕੀ ਕਰ ਦਿੰਦੇ ਆ, ਰਿਪੇਅਰ ਕਰਕੇ ਉਹਨੂੰ ਫਿਰ ਦੁਬਾਰਾ ਉਦਾਂ ਦੀ ਕਰ ਦਿੰਦੇ। ਕਿਉਂ ਕਰ ਦਿੰਦੇ ਆ? ਕਿਉਂਕਿ ਇੰਸ਼ੋਰੈਂਸ ਵਾਲਿਆਂ ਨੇ ਗਰੰਟੀ ਲਈ ਹੁੰਦੀ ਹੈ। ਹਾਲੇਲੂਇਆ। ਉਹ ਉਦਾਂ ਦੀ ਉਦਾਂ ਉਹਨੂੰ ਕਰਕੇ ਦੇ ਦਿੰਦੇ ਆ। ਹਾਲੇਲੂਇਆ। ਇਸੇ ਤਰੀਕੇ ਨਾਲ ਇਹ ਬੰਦੇ ਦਾ ਐਕਸੀਡੈਂਟ ਹੋ ਜਾਵੇ ਤੇ ਇਹ ਟੁੱਟ ਭੱਜ ਜਾਵੇ, ਹੱਡੀਆਂ ਹੁੱਡੀਆਂ ਇੱਧਰ ਉੱਧਰ ਵਿਖਰ ਜਾਣ, ਕੁਝ ਵੀ ਹੋ ਜਾਵੇ, ਤੇ ਇਹਨੂੰ ਕਿੱਥੇ ਜਮ੍ਹਾਂ ਕਰਾਉਂਦੇ ਆ? ਗੈਰੇਜ 'ਚ, ਹਸਪਤਾਲ 'ਚ। ਇਹਦਾ ਗੈਰੇਜ ਕਿਹੜਾ ਆ? ਹਸਪੀਟਲ। ਸੋ ਹਸਪੀਟਲ 'ਚ ਇਹਨੂੰ ਲਿਜਾਂਦੇ ਤੇ ਜੋ ਵੀ ਨਟ ਨੂਟ ਕੱਸ ਕੁਸ ਕੇ ਪਲੇਟਾਂ ਪਲੂਟਾਂ ਪਾ ਪੂ ਕੇ ਹੱਡੀਆਂ ਹੁੱਡੀਆਂ ਨੂੰ ਸੈੱਟ ਕਰਕੇ ਉਹਨੂੰ ਕੀ ਕਰ ਦਿੰਦੇ ਆ? ਪਹਿਲਾਂ ਵਰਗਾ ਕਰ ਦਿੰਦੇ ਆ। ਹਾਲੇਲੂਇਆ। ਸੋ ਦੁਨੀਆ ਦੇ ਇੰਜੀਨੀਅਰ, ਦੁਨੀਆ ਦੇ ਡਾਕਟਰ ਜਿਹੜੇ ਆ, ਉਹ ਕੀ ਕਰ ਸਕਦੇ ਆ? ਆ ਸਰੀਰ ਦੇ ਬਾਹਰੀ ਢਾਂਚੇ ਨੂੰ ਤਾਂ ਜਿਉਂ ਦਾ ਤਿਉਂ ਕਰ ਸਕਦੇ ਆ, ਪਰ ਅੰਦਰ ਜਿਹੜਾ ਪ੍ਰਾਣ ਦਾ ਵਿਗੜਿਆ ਹੋਇਆ ਸਿਸਟਮ ਆ ਤੇ ਆਤਮਾ ਦਾ ਵਿਗੜਿਆ ਸਿਸਟਮ ਆ, ਇਹ ਕੋਈ ਵੀ ਡਾਕਟਰ ਕਰ ਸਕਦਾ ਨਹੀਂ। ਉਹ ਸਿਰਫ ਡਾਕਟਰਾਂ ਦਾ ਡਾਕਟਰ ਕਰ ਸਕਦਾ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਫਿਰ ਸਾਨੂੰ ਸਾਡੀ ਬੁੱਧ ਜਿਹੜੀ ਆ, ਇਹਨੂੰ ਕੌਣ ਠੀਕ ਕਰ ਸਕਦਾ? ਬੁੱਧ ਵਿਗੜ ਗਈ ਤੇ ਕੌਣ ਠੀਕ ਕਰ ਸਕਦਾ? ਪਰਮੇਸ਼ਰ ਠੀਕ ਕਰ ਸਕਦਾ। ਜੋ ਪਰਮੇਸ਼ਰ ਕਹਿੰਦਾ ਆ, ਹੁਣ ਸੰਸਾਰ ਦੇ ਵਾਂਗੂ, ਸੰਸਾਰ ਦੇ ਰੂਪ ਜੇ ਨਾ ਬਣੋ, ਬੁੱਧ ਦੇ ਨਵੇਂ ਹੋ ਜਾਣ ਕਾਰਨ ਅਤੇ ਇਸ ਯੁੱਗ ਦੇ ਰੂਪ ਜੇ ਨਾ ਬਣੋ, ਹਾਂਜੀ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ, ਹਾਂਜੀ, ਹੋਰ ਸਰੂਪ ਵਿੱਚ ਬਦਲਦੇ ਹੋਰ ਸਰੂਪ ਦੇ ਵਿੱਚ ਕਿੰਦੇ ਜਾਓ? ਬਦਲਦੇ ਜਾਓ। ਹਾਲੇਲੂਇਆ। ਇਹਦਾ ਮਤਲਬ ਹੋਰ ਸਰੂਪ ਦਾ ਬੰਦਾ ਕਿਹੜਾ ਹੋ ਸਕਦਾ? ਪਹਿਲਾਂ ਕੁਝ ਹੋਰ ਸਰੂਪ ਸੀ, ਉਹਦਾ ਹੁਣ ਸਰੂਪ ਹੋਰ ਹੋ ਗਿਆ। ਉਹ ਬੰਦਾ ਕਿਹੜਾ ਹੋ ਸਕਦਾ? ਉਹ ਹੀ ਹੋ ਸਕਦਾ ਜਿਹੜੀ ਜਿਹਦੇ ਪ੍ਰਾਣ ਤੇ ਆਤਮਾ ਤੱਕ ਪ੍ਰਮਾਤਮਾ ਦੀ ਬਾਣੀ ਪਹੁੰਚ ਗਈ। ਸਰੀਰ 'ਚ ਤਾਂ ਬਾਣੀ ਲੈ ਕੇ ਸਾਰੇ ਤੁਰੇ ਫਿਰਦੇ, ਮਾਲਾ ਬਾਣਾ ਪਾ ਕੇ ਸਾਰੇ ਤੁਰੇ ਫਿਰਦੇ ਆ ਨਾ। ਹਾਲੇਲੂਇਆ। ਪਰ ਆਤਮਾ 'ਚ ਕੋਈ ਮਾਲਾ ਪਈ ਆ ਕਿ ਨਹੀਂ? ਪ੍ਰਾਣ ਦਾ ਸਿਸਟਮ ਚਾਲੂ ਹੋਇਆ ਆ ਕਿ ਨਹੀਂ? ਉਹ ਸਾਨੂੰ ਆਪਣਾ ਚੈੱਕ ਕਰਨਾ ਪੈਣਾ ਆ। ਹਾਲੇਲੂਇਆ। ਇਸ ਲਈ ਮਨ ਦੇ ਨਵੇਂ ਹੋ ਜਾਣ ਕਾਰਨ ਹੋਰ ਸਰੂਪ ਦੇ ਵਿੱਚ ਬਦਲਦੇ ਜਾਓ। ਸੋ ਸਾਡਾ ਸਰੂਪ ਹੋਰ ਉਦੋਂ ਹੋਣਾ ਆ ਜਦੋਂ ਅੰਦਰ ਕੰਮ ਹੋਇਆ। ਹਾਲੇਲੂਇਆ। ਹਾਲੇਲੂਇਆ। ਸੋ ਮਤਲਬ ਸਮੁੰਦਰ ਦੇ ਅੰਦਰ ਜਦੋਂ ਕੰਮ ਹੁੰਦਾ ਨਾ, ਤੇ ਫਿਰ ਜਵਾਰ ਭਾਟਾ ਆਉਂਦਾ, ਤੇ ਜਦੋਂ ਜਵਾਰ ਭਾਟਾ ਆਉਂਦਾ ਆ ਤੇ ਸਮੁੰਦਰ ਦਾ ਪਾਣੀ ਉਸ ਲੈਵਲ ਤੱਕ ਰਹਿੰਦਾ ਨਹੀਂ। ਪਾਣੀ ਕੀ ਹੁੰਦਾ ਭਲਾ? ਤਾਂ ਨੂੰ ਛਾਲੇ ਮਾਰਦਾ, ਲਹਿਰਾਂ ਬਣ ਬਣ ਕੇ ਬਾਹਰ ਨੂੰ ਨਿਕਲਦੀਆਂ, ਤੇ ਉਹ ਸਬੂਤ ਆ ਕਿ ਥੱਲੇ ਕੁਝ ਹੋਇਆ ਆ। ਹਾਲੇਲੂਇਆ। ਜਦੋਂ ਲਹਿਰਾਂ ਬਹਿਰਾਂ ਚੜ੍ਹਦੀਆਂ ਨਾ, ਤਾਂ ਨੂੰ ਜਾਂਦੀਆਂ, ਉਚਾਈ ਵੱਲ ਨੂੰ ਵੀ ਤੁਰ ਪੈਂਦੀਆਂ। ਜਦੋਂ ਸੁਨਾਮੀ ਆਉਂਦੀ ਤਾਂ ਸਾਰੇ ਉੱਚੇ ਨੀਵੇਂ ਥਾਵਾਂ ਤੇ ਚੜ੍ਹ ਜਾਂਦੀ ਕਿ ਨਹੀਂ? ਹਾਲੇਲੂਇਆ। ਸੋ ਸੁਨਾਮੀ ਆਉਂਦੀ ਨਾ, ਮਤਲਬ ਅੰਦਰੋਂ ਕੁਝ ਹੋਇਆ ਆ, ਅੰਦਰੋਂ ਕੁਝ ਰਿੜਕਿਆ ਗਿਆ ਆ। ਹਾਲੇਲੂਇਆ। ਤੇ ਸਾਡੇ ਜੀਵਨਾਂ ਦੇ ਵਿੱਚ ਸਾਡੀ ਆਤਮਾ ਤੱਕ ਬਚਨ ਦੀ ਮਧਾਣੀ ਚੱਲੀ ਆ, ਰਿੜਕ ਹੋਏ ਆ, ਤੇ ਦੂਸਰਿਆਂ ਤੱਕ ਸਾਡਾ ਬਦਲਿਆ ਹੋਇਆ ਜੀਵਨ ਹੀ ਸਬੂਤ ਹੋਊਗਾ ਵਾਕਈ ਇਹਦੇ ਅੰਦਰ ਕੁਝ ਹੋਇਆ। ਤੇ ਜੇ ਮੇਰਾ ਬਾਹਰੀ ਸਿਸਟਮ ਨੇ ਦਿਖਾਇਆ ਨਾ ਉਹ ਚੀਜ਼ ਜਿਹੜੀ ਪ੍ਰਮਾਤਮਾ ਨੇ ਮੇਰੇ ਅੰਦਰ ਕੀਤੀ ਆ, ਇਹਦਾ ਮਤਲਬ ਹਜੇ ਅੰਦਰ ਕੁਝ ਹੋਇਆ ਨਹੀਂ। ਹਾਲੇਲੂਇਆ। ਹਾਲੇਲੂਇਆ। ਸੋ ਫਿਰ ਦੁਬਾਰਾ ਰਿਪੀਟ ਕਰੂੰਗਾ, ਮਨ ਹਨੇਰਾ ਹੋ ਗਿਆ ਪਾਪ ਦੇ ਕਾਰਨ, ਔਰ ਪਾਪ ਦੇ ਕਾਰਨ ਜਿਹੜੀ ਅਭਿਲਾਸ਼ਾ ਸੀ ਉਹਨੂੰ ਛੱਡਿਆ ਨਹੀਂ, ਤੇ ਪਰਮੇਸ਼ਰ ਨੇ ਉਹਦੀ ਅਭਿਲਾਸ਼ਾ ਤੇ ਛੱਡਤਾ। ਤੀਸਰੀ ਗੱਲ, ਬੁੱਧ ਵਿਗੜ ਗਈ, ਔਰ ਇਹਨਾਂ ਦੇ ਵਿੱਚ ਆਪਾਂ ਇਹਦੇ ਆਪੋਜ਼ਿਟ ਦੇਖਿਆ ਆ, ਮਨ ਹਨੇਰਾ ਹੋਣ ਦੇ ਕਾਰਨ ਪਰਮੇਸ਼ਰ ਨੇ ਉਹਨੂੰ ਜੀਵਨ ਦੀ ਜੋਤ ਦਿੱਤੀ ਆ, ਔਰ ਮਨ ਦੀ ਅਭਿਲਾਸ਼ਾ ਛੱਡਣ ਦੇ ਕਾਰਨ ਪਰਮੇਸ਼ਰ ਨੇ ਅਭਿਲਾਸ਼ਾ ਤੋਂ ਮੁਕਤ ਕਰ ਦਿੱਤਾ ਆ। ਔਰ ਬੁੱਧ ਵਿਗੜੀ ਹੋਏ ਨੇ, ਜਦੋਂ ਆਪਣੇ ਪਾਪ ਨੂੰ ਮੰਨ ਲਿਆ ਤੇ ਮਨ ਉਹਦਾ ਕੀ ਕਰਤਾ? ਪਰਮਾਤਮਾ ਨੇ ਬਦਲ ਦਿੱਤਾ। ਹਾਲੇਲੂਇਆ। ਇੱਥੇ ਹੁਣ ਕੀ ਕਰ ਰਿਹਾ ਪਰਮੇਸ਼ਰ? ਮਨ ਨੂੰ ਕੀ ਕਰ ਦਿੰਦਾ ਆ? ਬਦਲ ਦਿੰਦਾ ਆ। ਚੌਥੀ ਗੱਲ ਸੁਣ ਕੇ ਵੀ ਆਪਾਂ ਪ੍ਰਾਰਥਨਾ ਕਰਦੇ। ਸੱਚਾਈ ਨੂੰ ਸਮਝਣ ਦੇ ਵਿੱਚ ਕਮਜ਼ੋਰ ਆ। ਚੌਥੀ ਗੱਲ, ਪਾਪ ਵਿੱਚ ਰਹਿਣ ਵਾਲਾ ਇਨਸਾਨ ਕਿੱਦਾਂ ਆ?
ਸੱਚਾਈ ਨੂੰ ਸਮਝਣ ਵਿੱਚ ਕੀ ਆ ਭਲਾ ਕਮਜ਼ੋਰ ਆ। ਹਾਲੇਲੂਇਆ। ਇਹਦੇ ਲਈ ਮੈਂ ਉੱਥੇ ਵੀ ਦੱਸਦਾ ਸੀਗਾ ਬਠਿੰਡੇ ਕਿ ਅੱਜ ਜਿਹੜਾ ਡਾਲਡਾ ਘੇ ਖਾ ਖਾ ਕੇ ਨਾ ਲੋਕਾਂ ਦੀ ਰੋਮ ਚ ਪੂਰਾ ਹੋ ਗਿਆ ਹੈ, ਪੂਰਾ ਫੈਲਿਆ ਪਿਆ ਹੈ। ਤੇ ਇਹਨੂੰ ਜੇ 1 ਚਮਚ ਦੇਸੀ ਘਿਓ ਪਿਲਾ ਦਿਓ ਨਾ ਤੇ ਉਹ ਪਚਦਾ। ਹਾਲੇਲੂਇਆ। ਕਿਉਂਕਿ ਡਾਲਡੇ ਨੇ ਇਹਨੂੰ ਇੰਨਾ ਕਮਜ਼ੋਰ ਕਰਤਾ, ਇੰਨਾ ਕਮਜ਼ੋਰ ਕਰਦਾ, ਕਦੀ ਤਾਂ ਇਹਦੇ ਗਠੀਆ ਨਿਕਲ ਆਉਂਦਾ, ਕਦੀ ਇਹਦੇ ਦਰਦਾਂ ਨਿਕਲ ਆਉਂਦੀਆਂ ਹਨਾ, ਕਦੀ ਉਦਾਂ ਹੀ ਜਕੜਿਆ ਰਹਿੰਦਾ, ਉੱਠ ਬੈਠ ਹੀ ਨਹੀਂ ਹੁੰਦਾ। ਹਾਲੇਲੂਇਆ। ਸੋ ਇੰਨੀ ਹਾਲਤ ਕਮਜ਼ੋਰ ਆ। ਤੇ ਹੁਣ ਇਹ ਜਿਹੜੀ